ਹੈਲੋ ਵਿਊਅਰਸ, ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਅਸੀਂ ਕਰਾਂਗੇ ਥੋਰਨਡਾਈਕ ਦੇ ਲਾਜ਼ ਆਫ ਲਰਨਿੰਗ। ਕੱਲ੍ਹ ਅਸੀਂ ਪਾਰਟ 1 ਵਿੱਚ ਕੀਤਾ ਸੀ ਟਰਾਇਲ ਐਂਡ ਐਰਰ ਥਿਊਰੀ ਗਿਵਨ ਬਾਏ ਥੋਰਨਡਾਈਕ। ਅੱਜ ਪਾਰਟ 2 ਵਿੱਚ ਲਾਜ਼ ਆਫ ਲਰਨਿੰਗ ਕਰਾਂਗੇ। ਸੋ ਲਾਜ਼ ਆਫ ਲਰਨਿੰਗ ਜਿਹੜੇ ਆ ਦੋ ਤਰ੍ਹਾਂ ਦੇ ਆ। ਫਸਟ ਪ੍ਰਾਇਮਰੀ ਲਾਜ਼ ਆਫ ਲਰਨਿੰਗ, ਸੈਕਿੰਡ ਸੈਕੰਡਰੀ ਲਾਜ਼ ਆਫ ਲਰਨਿੰਗ। ਪ੍ਰਾਇਮਰੀ ਲਾਜ਼ ਆਫ ਲਰਨਿੰਗ ਜਿਹੜੇ ਆ ਤਿੰਨ ਤਰ੍ਹਾਂ ਦੇ ਆ। ਫਸਟ ਹੈ ਲਾ ਆਫ ਰੈਡੀਨੈਸ, ਸੈਕਿੰਡ ਲਾ ਆਫ ਇਫੈਕਟ, ਲਾ ਆਫ ਐਕਸਰਸਾਈਜ਼। ਫਸਟ ਲਾ ਆਫ ਰੈਡੀਨੈਸ ਵਿੱਚ ਦੇਖੋ, ਇਹਦਾ ਦੂਸਰਾ ਨਾਂ ਲਾ ਆਫ ਮੋਟੀਵੇਸ਼ਨ ਵੀ ਹੈ ਅਤੇ ਪੰਜਾਬੀ ਵਿੱਚ ਇਹਨੂੰ ਤਤਪਰਤਾ ਦਾ ਸਿਧਾਂਤ ਵੀ ਆਖਦੇ ਹਾਂ। ਲਾ ਆਫ ਰੈਡੀਨੈਸ ਦੇ ਵਿੱਚ ਥੋਰਨਡਾਈਕ ਨੇ ਕਿਹਾ ਕਿ ਸਭ ਤੋਂ ਪਹਿਲੇ ਲਰਨਿੰਗ ਪ੍ਰੋਸੈਸ ਤਾਂ ਹੀ ਵਧੀਆ ਸਾਡਾ ਹੋਏਗਾ ਜੇ ਅਸੀਂ ਸਿੱਖਣ ਤੋਂ ਪਹਿਲਾਂ ਆਪਣੇ ਆਪ ਨੂੰ ਅੰਦਰੋਂ ਚੰਗੀ ਤਰ੍ਹਾਂ ਨਾਲ ਮੋਟੀਵੇਟ ਕਰਦੇ ਹਾਂ, ਆਪਣੇ ਆਪ ਨੂੰ ਤਿਆਰ ਕਰਦੇ ਹਾਂ ਕਿਸੇ ਚੀਜ਼ ਨੂੰ ਸਿੱਖਣ ਦੇ ਲਈ। ਠੀਕ ਹੈ, ਇਹਨੂੰ ਕਹਿੰਦੇ ਲਾ ਆਫ ਰੈਡੀਨੈਸ। ਨੰਬਰ 2 ਲਾ ਆਫ ਇਫੈਕਟ। ਦੇਖੋ ਲਾ ਆਫ ਇਫੈਕਟ ਵਿੱਚ ਕੀ ਆ, ਕਹਿੰਦਾ ਅਗਰ ਤਾਂ ਲਰਨਿੰਗ ਦੇ ਦੌਰਾਨ ਕਿਸੇ ਚੀਜ਼ ਨੂੰ ਸਿੱਖ ਕੇ ਸਾਨੂੰ ਆਨੰਦ ਜਾਂ ਖੁਸ਼ੀ ਮਿਲ ਰਹੀ ਆ, ਦੈਨ ਇਟ ਇਜ਼ ਲਾ ਆਫ ਪਲੈਜ਼ਰ। ਅਗਰ ਕੋਈ ਚੀਜ਼ ਸਾਨੂੰ ਬੋਰ ਕਰਦੀ ਆ ਜਾਂ ਕਿਸੇ ਚੀਜ਼ ਨੂੰ ਦੇ ਕੇ ਸਾਨੂੰ ਦੁੱਖ ਮਿਲਦਾ ਜਾਂ ਸਾਨੂੰ ਸਮਝ ਨਹੀਂ ਆਉਂਦੀ, ਪਰੇਸ਼ਾਨੀ ਹੋ ਰਹੀ ਆ, ਉਹਨੂੰ ਅਸੀਂ ਕਹਾਂਗੇ ਲਾ ਆਫ ਪੇਨ। ਸੋ ਲਾ ਆਫ ਇਫੈਕਟ ਦਾ ਇੱਕ ਦੂਸਰਾ ਨਾਮ ਵੀ ਆ ਲਾ ਆਫ ਪਲੈਜ਼ਰ ਔਰ ਪੇਨ, ਅਤੇ ਪੰਜਾਬੀ 'ਚ ਇਹਦਾ ਨਾਂ ਹੈ ਪ੍ਰਭਾਵ ਦਾ ਨਿਯਮ। ਨੰਬਰ 3 ਲਾ ਆਫ ਐਕਸਰਸਾਈਜ਼। ਇਟ ਇਜ਼ ਆਲਸੋ ਨੋਨ ਐਜ਼ ਲਾ ਆਫ ਪ੍ਰੈਕਟਿਸ, ਅਭਿਆਸ ਦਾ ਨਿਯਮ। ਅਕੋਰਡਿੰਗ ਟੂ ਥੋਰਨਡਾਈਕ, ਜਿੰਨੀ ਜ਼ਿਆਦਾ ਅਸੀਂ ਲਰਨਿੰਗ ਪ੍ਰੋਸੈਸ ਦੇ ਦੌਰਾਨ ਪ੍ਰੈਕਟਿਸ ਕਰਾਂਗੇ, ਅਭਿਆਸ ਕਰਾਂਗੇ, ਦੁਹਰਾਈ ਕਰਾਂਗੇ ਬਾਰ-ਬਾਰ ਚੀਜ਼ਾਂ ਦੀ, ਉਨੇ ਹੀ ਅਸੀਂ ਲਰਨਿੰਗ 'ਚ ਪਰਫੈਕਟ ਬਣਾਂਗੇ। ਠੀਕ ਹੈ, ਸੋ law of exercise is further categorized into two types, law of use ਅਤੇ law of disuse। ਸੋ ਫਸਟ law of use ਨੂੰ ਕਹਿੰਦੇ ਆ ਉਪਯੋਗ ਨਿਯਮ। ਉਪਯੋਗ ਨਿਯਮ ਵਿੱਚ ਦੇਖੋ, ਕਹਿੰਦਾ ਜਿਹੜੀ ਹੁਣ ਅਸੀਂ ਚੀਜ਼ ਲਰਨਿੰਗ ਦੇ ਦੌਰਾਨ ਅਸੀਂ ਸਿੱਖ ਲਈ ਆ, ਅਗਰ ਅਸੀਂ ਉਹਨੂੰ ਬਾਰ-ਬਾਰ ਉਹਦੀ ਰਿਵੀਜ਼ਨ ਕਰਦੇ ਹਾਂ, ਬਾਰ-ਬਾਰ ਉਹਨੂੰ ਅਸੀਂ ਯੂਜ਼ ਕਰਦੇ ਹਾਂ, ਮਤਲਬ ਡੇਲੀ ਯੂਜ਼ ਕਰਦੇ ਹਾਂ ਜਾਂ ਡੇਲੀ ਪੜ੍ਹਦੇ ਹਾਂ ਉਹਦੇ ਬਾਰੇ, ਅਤੇ ਉਹਦੀ ਲਰਨਿੰਗ ਬਿਲਕੁਲ ਪਰਫੈਕਟ ਹੋਏਗੀ। ਉਹ ਚੀਜ਼ ਸਾਨੂੰ ਬਿਲਕੁਲ ਚੰਗੇ ਤਰੀਕੇ ਨਾਲ ਆ ਜਾਏਗੀ। ਉਹ ਅਸੀਂ ਮਤਲਬ ਕਹਿ ਲਓ ਕਿ ਉਹਦੇ 'ਚ ਬਿਲਕੁਲ ਪਰਫੈਕਟ ਬਣ ਜਾਵਾਂਗੇ, ਜਲਦੀ ਨਹੀਂ ਸਾਨੂੰ ਭੁੱਲੇਗੀ। ਲੇਕਿਨ ਲਾ ਆਫ ਡਿਸਯੂਜ਼ ਜਿਹੜਾ ਨਾ, ਅਪ੍ਰਯੋਗ ਦਾ ਨਿਯਮ, ਇਹਦੇ ਵਿੱਚ ਦੇਖੋ ਕੀ ਹੁੰਦਾ, ਬੱਚਾ ਇੱਕ ਦਿਨ ਪੜ੍ਹਦਾ, 2 ਦਿਨ ਉਹ ਨਹੀਂ ਪੜ੍ਹਦਾ, ਫਿਰ 3 ਕੁ ਦਿਨ ਪੜ੍ਹੂਗਾ, ਫਿਰ 2-3 ਦਿਨ ਨਹੀਂ ਪੜ੍ਹੂਗਾ, ਮਤਲਬ ਇਰਰੈਗੂਲੈਰਿਟੀ ਆ ਗਈ, ਰੈਗੂਲਰ ਨਹੀਂ ਹੋ ਰਹੇਗਾ ਪੜ੍ਹਨ ਦੇ ਵਿੱਚ, ਹੈ ਨਾ। ਅਤੇ ਫਿਰ ਕੀ ਹੋਇਆ, ਆਪੇ ਹੀ ਡਿਸਯੂਜ਼ ਹੋ ਗਿਆ। ਜਿਹੜੀ ਅਸੀਂ ਚੀਜ਼ ਸਿੱਖੀ ਸੀ ਉਹਦਾ ਅਸੀਂ ਇਸਤੇਮਾਲ ਰੈਗੂਲਰ ਨਹੀਂ ਕਰ ਰਹੇ, ਡਿਸਯੂਜ਼ ਕਰ ਰਹੇ, ਮਤਲਬ ਕਦੀ ਯੂਜ਼ ਕਰਦੇ ਹਾਂ, ਕਦੀ ਨਹੀਂ ਯੂਜ਼ ਕਰਦੇ, ਹੈ ਨਾ। ਅਤੇ ਇਹਨੂੰ ਕਹਿੰਦੇ ਆ ਅਪ੍ਰਯੋਗ ਨਿਯਮ। ਅਤੇ ਇੱਦਾਂ ਦੀ ਜਿਹੜੀ ਲਰਨਿੰਗ ਹੋਏਗੀ ਇਫੈਕਟਿਵ ਨਹੀਂ ਹੋਏਗੀ, ਕੋਈ ਸਾਨੂੰ ਜ਼ਿਆਦਾ ਫਾਇਦਾ ਨਹੀਂ ਦੇਗੀ। ਜਿਹੜੀ ਚੀਜ਼ ਅਸੀਂ ਸਿੱਖੀ ਆ, ਅਗਰ ਅਸੀਂ ਉਹਦਾ ਡਿਸਯੂਜ਼ ਕਰਦੇ, ਉਹਨੂੰ ਬਾਰ-ਬਾਰ ਇਸਤੇਮਾਲ ਨਹੀਂ ਕਰਦੇ ਜਾਂ ਉਹਦੀ ਦੁਹਰਾਈ ਨਹੀਂ ਕਰਦੇ, ਉਹ ਸਾਨੂੰ ਭੁੱਲ ਜਾਏਗੀ। ਠੀਕ ਹੈ, ਨੈਕਸਟ ਅੱਗੇ ਆ ਗਏ ਸੈਕੰਡਰੀ ਲਾਜ਼ ਆਫ ਲਰਨਿੰਗ। ਸੈਕੰਡਰੀ ਲਾਜ਼ ਆਫ ਲਰਨਿੰਗ ਦੇਖੋ, ਕਈ ਬੁੱਕਸ ਵਿੱਚ ਮੇਨ 5 ਟਾਈਪਸ ਦੇ ਹੀ ਆ, ਕਈਆਂ ਵਿੱਚ 8 ਵੀ ਦਿੱਤੇ ਆ, ਅਸੀਂ ਇੱਥੇ 8 ਦੇ 8 ਐਕਸਪਲੇਨ ਕੀਤੇ ਹੋਏ ਆ ਮੈਂ। ਫਸਟ ਦੇਖੋ ਲਾ ਆਫ ਮਲਟੀਪਲ ਰਿਸਪੋਂਸ, ਬਹੁਰੂਪੀ ਪ੍ਰਤੀਕਿਰਿਆ। ਬਹੁਰੂਪੀ ਪ੍ਰਤੀਕਿਰਿਆ ਕੀ ਹੁੰਦੀ ਆ, ਜਿਹਦੇ ਵਿੱਚ ਬੱਚਾ ਜਿਹੜਾ ਆ ਨਾ ਇੱਕ ਤੋਂ ਵੱਧ ਰਿਸਪੋਂਸ ਦਿੰਦਾ। ਜਿੱਦਾਂ ਮੰਨ ਲਓ ਉਹਨੂੰ ਇੱਕ ਸਵਾਲ ਦੇ ਦਿੱਤਾ ਗਿਆ ਮੈਥ ਦਾ, ਉਹਨੂੰ ਨਹੀਂ ਪਤਾ ਇਹਦੇ 'ਚ ਕਿਹੜਾ ਫਾਰਮੂਲਾ ਲੱਗਣਾ, ਉਹਨੂੰ ਜਿੰਨੇ ਵੀ ਫਾਰਮੂਲੇ ਆਉਂਦੇ ਆ ਨਾ ਉਹ ਸਾਰੇ ਲਾ ਕੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗਾ, ਅਤੇ ਲਾਸਟ ਵਿੱਚ ਇੱਕ ਫਾਰਮੂਲਾ ਜਿਹੜਾ ਆ ਕੋਈ ਸਹੀ ਉਹ ਲਗਾ ਲਏਗਾ। ਇਹਨੂੰ ਕਹਿੰਦੇ ਲਾ ਆਫ ਮਲਟੀਪਲ ਰਿਸਪੋਂਸ। ਜਿਸ ਤਰੀਕੇ ਨਾਲ ਦੂਸਰੀ ਐਗਜ਼ਾਮਪਲ ਦੇਖੋ, ਕੈਟ ਜਿਹੜੀ ਬਾਕਸ ਵਿੱਚ ਬੰਦ ਸੀ, ਟਰਾਇਲ ਐਂਡ ਐਰਰ ਥਿਊਰੀ ਵਾਲੀ ਜਿਹੜੀ ਕੈਟ ਬਾਕਸ ਵਿੱਚ ਬੰਦ ਸੀ, ਉਹ ਬਾਕਸ ਖੋਲ੍ਹਣ ਲਈ ਬਹੁਤ ਸਾਰੇ ਉਹਨੇ ਰਿਸਪੋਂਸ ਦਿੱਤੇ, ਬਹੁਤ ਸਾਰੇ ਉਹਨੇ ਯਤਨ ਕੀਤੇ ਸੀ, ਉਹ ਸਾਰੇ ਕੀ ਆ, ਮਲਟੀਪਲ ਰਿਸਪੋਂਸ। ਠੀਕ ਹੈ, ਨੰਬਰ 2 ਲਾ ਆਫ ਪਾਰਸ਼ਲ ਐਕਟੀਵਿਟੀ। ਪਾਰਸ਼ਲ ਐਕਟੀਵਿਟੀ ਵਿੱਚ ਕੀ ਆ, ਦੇਖੋ ਪੂਰਾ ਲੈਸਨ ਯਾਦ ਕਰਨ ਦੀ ਬਜਾਏ ਅਸੀਂ ਜਦੋਂ ਮੇਨ ਟੋਪਿਕਸ ਕਰਦੇ ਹਾਂ ਉਹਨੂੰ ਅਸੀਂ ਕਹਿ ਦਿੰਦੇ ਹਾਂ ਪਾਰਸ਼ਲ ਐਕਟੀਵਿਟੀ। ਅਤੇ ਜਿਹੜੀ ਇਸ ਤਰ੍ਹਾਂ ਦੀ ਲਰਨਿੰਗ ਹੈ ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲੇ ਮੇਨ ਟੋਪਿਕਸ ਨੂੰ ਯਾਦ ਕਰਦੇ ਹਾਂ, ਸਾਰਾ ਲੈਸਨ ਯਾਦ ਕਰਨ ਦੀ ਬਜਾਏ ਸਿਰਫ ਇੰਪੋਰਟੈਂਟ ਟੋਪਿਕਸ ਕਰਦੇ ਹਾਂ, ਉਹ ਲਰਨਿੰਗ ਜ਼ਿਆਦਾ ਇਫੈਕਟਿਵ ਹੁੰਦੀ ਆ। ਜਿਸ ਤਰੀਕੇ ਨਾਲ ਦੇਖੋ ਹੁਣ ਮੈਂ ਤੁਹਾਨੂੰ ਇੱਥੇ ਕਰਵਾ ਰਹੀ ਹਾਂ ਮੇਨ ਟੋਪਿਕਸ ਦੀ, ਪੀਟੈਟ ਦੇ ਮੇਨ ਟੋਪਿਕਸ ਦੀ ਤਿਆਰੀ ਕਰਾ ਰਹੇ ਹਾਂ, ਹੈ ਨਾ। ਇਹ ਕੀ ਆ, ਪਾਰਸ਼ਲ ਐਕਟੀਵਿਟੀ। ਅਸੀਂ ਪੂਰਾ ਡਿਟੇਲ ਨਹੀਂ ਕਰਨ ਡੇ, ਅਸੀਂ ਸਿਰਫ ਮੇਨ ਟੋਪਿਕਸ ਕਰ ਰਹੇ ਹਾਂ। ਠੀਕ ਹੈ, ਲਾ ਆਫ ਮੈਂਟਲ ਸੈੱਟ, ਇਹ ਆ ਮਨੋਵ੍ਰਿੱਤੀ ਦਾ ਨਿਯਮ।
ਲਾ ਆਫ ਮੈਂਟਲ ਸੈੱਟ ਵਿੱਚ ਦੇਖੋ ਕੀ ਆ, ਕਹਿੰਦੇ ਦਿਮਾਗੀ ਤੌਰ 'ਤੇ ਵੀ ਬੱਚਾ ਪੂਰੀ ਤਰ੍ਹਾਂ ਨਾਲ ਤਿਆਰ ਹੋਣਾ ਚਾਹੀਦਾ ਲਰਨਿੰਗ ਸਿੱਖਣ ਲਈ। ਅਗਰ ਉਹ ਦਿਮਾਗੀ ਤੌਰ 'ਤੇ ਪੂਰਾ ਪੋਜ਼ੀਟਿਵ ਹੈ ਕਿ ਮੈਂ ਇਹ ਚੀਜ਼ ਸਿੱਖਣੀ ਆ, ਤੇ ਫਿਰ ਹੀ ਲਰਨਿੰਗ ਇਫੈਕਟਿਵ ਹੋਏਗੀ। ਅਦਰਵਾਈਜ਼ ਜੇ ਉਹ ਨੈਗੇਟਿਵ ਆ ਕਿ ਪਤਾ ਨਹੀਂ ਆ ਮੈਨੂੰ ਯਾਦ ਹੋਣਾ ਕਿ ਨਹੀਂ ਹੋਣਾ, ਫਿਰ ਲਰਨਿੰਗ ਇਫੈਕਟਿਵ ਨਹੀਂ ਹੋਏਗੀ। ਨੰਬਰ 4 ਲਾ ਆਫ ਐਨਾਲੋਗੀ ਜਾਂ ਅਸਿਮੀਲੇਸ਼ਨ। ਇਹਦੇ ਵਿੱਚ ਸਮਾਨਤਾ ਦਾ ਨਿਯਮ। ਜਿੱਦਾਂ ਦੇਖੋ ਕਹਿੰਦਾ ਥੋਰਨਡਾਈਕ ਨੇ ਕਿਹਾ ਕਿ ਅਗਰ ਮੰਨ ਲਓ ਬੱਚੇ ਦੇ ਅੱਗੇ ਕੋਈ ਨਵੇਂ ਹਾਲਾਤ ਆ ਗਏ ਆ, ਹੈ ਨਾ, ਉਹਨੂੰ ਨਹੀਂ ਪਤਾ ਉਸ ਹਾਲਾਤ ਵਿੱਚ ਉਹਨੇ ਕੀ ਕਰਨਾ ਜਾਂ ਉਹਨੇ ਇਸ ਕਿਸੇ ਪ੍ਰੋਬਲਮ ਦਾ ਸਲਿਊਸ਼ਨ ਕਿੱਦਾਂ ਕੱਢਣਾ, ਲੇਕਿਨ ਜਿਹੜਾ ਉਹਦਾ ਕੋਈ ਪੁਰਾਣਾ ਐਕਸਪੀਰੀਅੰਸ ਹੋਏਗਾ ਬੱਚੇ ਦਾ, ਹੈ ਨਾ, ਉਹ ਫਟਾਫਟ ਆਪਣਾ ਪੁਰਾਣਾ ਐਕਸਪੀਰੀਅੰਸ ਉਸ ਨਵੀਂ ਸਿਚੁਏਸ਼ਨ ਦੇ ਉੱਪਰ ਅਪਲਾਈ ਕਰ ਦੇਗਾ। ਇਹਨੂੰ ਅਸੀਂ ਕਹਿੰਦੇ ਹਾਂ ਸਮਾਨਤਾ ਦਾ ਨਿਯਮ। ਜਿੱਦਾਂ ਫਿਰ ਐਗਜ਼ਾਮਪਲ ਲੈ ਲਓ ਮੈਥ ਦੇ ਹੀ ਸਵਾਲ ਦੀ, ਕੋਈ ਸਵਾਲ ਆ ਗਿਆ, ਸਾਨੂੰ ਉਹ ਸਵਾਲ ਆਉਂਦਾ ਨਹੀਂ ਆ, ਪਰ ਸਾਨੂੰ ਇੱਦਾਂ ਲੱਗਦਾ ਕਿ ਇਹ ਜਿਹੜਾ ਸਵਾਲ ਹੈ ਇੱਦਾਂ ਅਸੀਂ ਕੱਢ ਸਕਦੇ ਹਾਂ। ਅਸੀਂ ਕੀ ਕਰਾਂਗੇ, ਫਟਾਫਟ ਜਿਹੜਾ ਸਾਨੂੰ ਕੋਈ ਪੁਰਾਣਾ ਫਾਰਮੂਲਾ ਯਾਦ ਹੈ ਨਾ, ਅਸੀਂ ਉਹੀ ਚੁੱਕ ਕੇ ਨਵੇਂ ਉਸ ਸਵਾਲ ਦੇ ਉੱਤੇ ਲਾ ਕੇ ਕੋਸ਼ਿਸ਼ ਕਰਾਂਗੇ, ਕਿਉਂਕਿ ਉਸ ਨਵੇਂ ਸਵਾਲ ਦਾ ਤਾਂ ਸਾਨੂੰ ਪਤਾ ਨਹੀਂ ਕਿਹੜਾ ਫਾਰਮੂਲਾ ਲੱਗਣਾ। ਪਰ ਬੱਚਾ ਇੱਥੇ ਕੀ ਕਰੇਗਾ, ਜਿਹੜਾ ਇਹਨੂੰ ਪੁਰਾਣੀ ਨੌਲੇਜ ਹੈਗੀ ਆ ਉਹੀ ਚੁੱਕ ਕੇ ਉਹ ਨਵੀਂ ਸਿਚੁਏਸ਼ਨ ਦੇ ਵਿੱਚ ਲਾ ਦਿੰਦਾ। ਇਹਨੂੰ ਅਸੀਂ ਕਹਿੰਦੇ ਲਾ ਆਫ ਐਨਾਲੋਗੀ। ਨੈਕਸਟ ਹੈ ਲਾ ਆਫ ਐਸੋਸ਼ੀਏਟ ਸ਼ਿਫਟਿੰਗ। ਐਸੋਸ਼ੀਏਟ ਸ਼ਿਫਟਿੰਗ ਦਾ ਮਤਲਬ ਇਹੀ ਆ ਕਿ ਜਿਹੜੀ ਤੁਹਾਡੀ ਪੁਰਾਣੀ ਨੌਲੇਜ ਹੈ ਨਾ, ਉਹਨੂੰ ਤੁਸੀਂ ਆਪਣੀ ਨਵੀਂ ਨੌਲੇਜ ਦੇ ਨਾਲ ਸ਼ਿਫਟ ਕਰ ਸਕਦੇ ਹੋ, ਨਵੀਂ ਨੌਲੇਜ ਦੇ ਉੱਪਰ ਸ਼ਿਫਟ ਕਰ ਸਕਦੇ ਹੋ। ਲੇਕਿਨ ਸ਼ਰਤ ਇਹ ਆ ਕਿ ਤੁਹਾਡੀ ਜਿਹੜੀ ਪੁਰਾਣੀ ਅਤੇ ਨਵੀਂ ਨੌਲੇਜ ਹੈ ਨਾ, ਉਹਦੇ ਵਿੱਚ ਆਪਸ ਵਿੱਚ ਐਸੋਸੀਏਸ਼ਨ ਹੋਣੀ ਚਾਹੀਦੀ ਆ, ਉਹਨਾਂ ਦੀ ਆਪਸ ਵਿੱਚ ਕੋਈ ਸੰਬੰਧ ਹੋਣਾ ਚਾਹੀਦਾ, ਉਹ ਰਲਦੇ ਮਿਲਦੇ ਹੋਣੇ ਚਾਹੀਦੇ ਆ। ਜਿੱਦਾਂ ਦੇਖੋ ਇੱਕ ਸਬਜੈਕਟ ਲੈ ਲਓ ਐਗਜ਼ਾਮਪਲ ਦੇ ਤੌਰ 'ਤੇ, ਬਾਇਓਕੈਮਿਸਟਰੀ ਇੱਕ ਸਬਜੈਕਟ ਆ, ਠੀਕ ਹੈ। ਅੱਛਾ, ਹੁਣ ਕੈਮਿਸਟਰੀ ਨਾਲ ਰਿਲੇਟਡ ਕੋਈ ਪ੍ਰੋਬਲਮ ਉਹਦੇ ਵਿੱਚ ਸਾਨੂੰ ਆ ਰਹੀ ਆ, ਅਸੀਂ ਕੀ ਕਰਾਂਗੇ, ਕਿਉਂਕਿ ਹੁਣ ਦੇਖੋ ਬਾਇਓ ਅਤੇ ਕੈਮਿਸਟਰੀ ਆਪਸ 'ਚ ਕਾਫੀ ਹੱਦ ਤੱਕ ਰਿਲੇਟਡ ਜਿਹੜੇ ਸਬਜੈਕਟ ਹੈਗੇ ਆ, ਅਸੀਂ ਬਾਇਓ ਦੇ ਵਿੱਚ ਜਿਹੜਾ ਕੋਈ ਪੜ੍ਹਿਆ ਪੁਰਾਣਾ ਕੰਸੈਪਟ ਹੈ ਨਾ, ਉਹਦੇ ਨਾਲ ਰਲਦਾ ਮਿਲਦਾ, ਠੀਕ ਹੈ, ਰਲਦਾ ਮਿਲਦਾ ਯਾਦ ਰੱਖਣਾ, ਐਸੋਸ਼ੀਏਟ ਕਰਦਾ। ਅਸੀਂ ਫਟਾਫਟ ਉਹ ਕੰਸੈਪਟ ਲਾ ਕੇ ਕੈਮਿਸਟਰੀ ਵਾਲੇ ਕੰਸੈਪਟ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹਨੂੰ ਥੋਰਨਡਾਈਕ ਨੇ ਕਿਹਾ ਪਰਿਵਰਤਨ ਦੇ ਨਿਯਮ। ਜਦੋਂ ਇੱਕ ਨੌਲੇਜ ਜਿਹੜੀ ਆ ਰਿਲੇਟਡ ਕਰਦੀ ਹੋਏ ਦੂਜੀ ਨੌਲੇਜ ਦੇ ਨਾਲ, ਉਹਨੂੰ ਸ਼ਿਫਟ ਕਰ ਦੇਣਾ, ਠੀਕ ਹੈ। ਜਾਂ ਜਿੱਦਾਂ ਕਹਿ ਲਓ ਵੀ ਕੋਈ ਪੇਪਰ 'ਚ ਕੁਐਸਚਨ ਆ ਗਿਆ ਮੈਥ ਦਾ ਸਮ, ਤੇ ਤੁਹਾਨੂੰ ਲੱਗੇ ਕਿ ਇਹ ਜਿਹੜਾ ਸਵਾਲ ਹੈ ਨਾ, ਇਹ ਜ਼ਰੂਰੀ ਨਹੀਂ ਆ ਕਿ ਇਹਦਾ ਇਕੱਲਾ ਇੱਕ ਹੀ ਫਾਰਮੂਲੇ ਨਾਲ ਨਿਕਲਣਾ, ਹੋ ਸਕਦਾ ਇਹ ਜਿਹੜਾ ਦੂਜਾ ਤੁਹਾਨੂੰ ਫਾਰਮੂਲਾ ਆਉਂਦਾ ਉਹਦੇ ਨਾਲ ਵੀ ਇਹ ਸਮ ਨਿਕਲ ਸਕਦਾ। ਅਤੇ ਤੁਸੀਂ ਕੀ ਕਰਦੇ ਹੋ, ਉਹਦੇ 'ਚ ਆਪਣੀ ਉਹ ਵਾਲੇ ਫਾਰਮੂਲੇ ਦੀ ਨੌਲੇਜ ਨੂੰ ਸ਼ਿਫਟ ਕਰ ਦਿੰਦੇ ਹੋ ਨਵੇਂ ਸਵਾਲ ਦੇ ਵਿੱਚ, ਠੀਕ ਹੈ। ਲਾ ਆਫ ਪ੍ਰਾਈਮੇਸੀ। ਲਾ ਆਫ ਪ੍ਰਾਈਮੇਸੀ ਦਾ ਮਤਲਬ ਹੈ ਸਟਾਰਟਿੰਗ। ਪ੍ਰਾਈਮੇਸੀ ਮੀਨਸ ਸਟਾਰਟਿੰਗ। ਅਗਰ ਤੁਹਾਡੀ ਲਰਨਿੰਗ ਦੀ ਸਟਾਰਟਿੰਗ ਬਹੁਤ ਇਫੈਕਟਿਵ ਹੈ, ਬੜੀ ਵਧੀਆ ਤੁਸੀਂ ਸਟਾਰਟਿੰਗ ਕਰਦੇ ਹੋ, ਅਤੇ ਤੁਹਾਡਾ ਜਿਹੜਾ ਐਂਡ ਹੈ ਨਾ ਲਰਨਿੰਗ ਦਾ, ਉਹ ਵੀ ਵਧੀਆ ਹੀ ਹੋਏਗਾ। ਅਤੇ ਜੇ ਤੁਸੀਂ ਲੈਸਨ ਦਾ ਸਟਾਰਟ ਹੀ ਨਹੀਂ ਵਧੀਆ ਕਰਦੇ, ਤਾਂ ਫਿਰ ਤੁਹਾਡਾ ਲੈਸਨ ਦਾ ਐਂਡ ਵੀ ਯਾਦ ਕਰਨ ਦਾ ਵਧੀਆ ਨਹੀਂ ਹੋਏਗਾ। ਅਗਰ ਵਿਊਅਰਸ ਮੇਰੀ ਵੀਡੀਓ ਤੁਹਾਨੂੰ ਪਸੰਦ ਆ ਰਹੀ ਹੈ, ਪਲੀਜ਼ ਇਹਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ। ਨੈਕਸਟ ਪੁਆਇੰਟ ਲਾ ਆਫ ਰੀਸੈਂਸੀ। ਰੀਸੈਂਸੀ ਦਾ ਮਤਲਬ ਰੀਸੈਂਟਲੀ, ਜਿਹੜਾ ਅਸੀਂ ਰੀਸੈਂਟਲੀ ਪੜ੍ਹਿਆ, ਹੁਣੇ ਅਸੀਂ ਪੜ੍ਹਿਆ, ਇਹ ਰਿਵੀਜ਼ਨ ਨਾਲ ਰਿਲੇਟਡ ਹੈ। ਦੇਖੋ ਥੋਰਨਡਾਈਕ ਕਹਿੰਦਾ ਕਿ ਲਰਨਿੰਗ ਇਫੈਕਟਿਵ ਹੋਏਗੀ ਜਦੋਂ ਅਸੀਂ ਉਹਨੂੰ ਰਿਵਾਈਜ਼ ਕਰਦੇ ਰਹਾਂਗੇ, ਠੀਕ ਹੈ। ਜਿੱਦਾਂ ਮੰਨ ਲਓ ਪੇਪਰ 'ਚ ਜਾਣ ਤੋਂ ਪਹਿਲਾਂ ਜਿਹੜੇ ਅਸੀਂ 2-3 ਘੰਟੇ ਪਹਿਲੇ ਸਾਰੇ ਸਿਲੇਬਸ ਦੀ ਰਿਵੀਜ਼ਨ ਕੀਤੀ ਹੈ ਨਾ, ਉਹ ਲਰਨਿੰਗ ਲਈ ਬਹੁਤ ਹੀ ਇਫੈਕਟਿਵ ਹੈ। ਇਸ ਕਰਕੇ ਇਹਨੂੰ ਕਹਿੰਦੇ ਆ ਲਾ ਆਫ ਰੀਸੈਂਸੀ, ਮਤਲਬ ਰਿਵੀਜ਼ਨ ਜਾਂ ਜਿਹੜੀ ਰੀਸੈਂਟ ਨੌਲੇਜ ਹੈ ਨਾ, ਉਹਦੇ ਨਾਲ ਲਰਨਿੰਗ ਜ਼ਿਆਦਾ ਇਫੈਕਟਿਵ ਬਣਦੀ ਆ। ਅਤੇ ਲਾਸਟ ਲਾ ਆਫ ਇੰਟੈਂਸਿਟੀ ਆਫ ਸਟੀਮੂਲਸ, ਕਿ ਜਿੰਨਾ ਜ਼ਿਆਦਾ ਲਰਨਿੰਗ 'ਚ ਅਸੀਂ ਸਟੀਮੂਲਸ ਕਰਾਂਗੇ, ਓਨਾ ਹੀ ਵਧੀਆ ਜਿਹੜਾ ਸਾਡਾ ਰਿਸਪੌਂਸ ਆਏਗਾ। ਜਾਂ ਕਹਿ ਲਓ ਸਿੰਪਲ ਭਾਸ਼ਾ 'ਚ, ਜਿੰਨੀ ਵਧੀਆ ਤੁਸੀਂ ਟੈਟ ਦੀ ਤਿਆਰੀ ਕਰੋਗੇ, ਓਨਾ ਹੀ ਵਧੀਆ ਤੁਹਾਡਾ ਰਿਜ਼ਲਟ ਜਿਹੜਾ ਆਏਗਾ। ਸੋ ਥੋਰਨਡਾਈਕ ਨੇ ਕਿਹਾ ਕਿ ਲਰਨਿੰਗ ਵਿੱਚ ਜਿੰਨਾ ਜ਼ਿਆਦਾ ਸਟਰੋਂਗ ਸਟੀਮੂਲਸ ਹੋਏਗਾ, ਓਨਾ ਹੀ ਜ਼ਿਆਦਾ ਸਟਰੋਂਗ ਅਤੇ ਵਧੀਆ ਰਿਸਪੌਂਸ ਸਾਨੂੰ ਮਿਲੇਗਾ। ਹੁਣ ਦੇਖੋ ਸੈਕੰਡਰੀ ਲਾਜ਼ ਜਿਹੜੇ ਆ ਨਾ, ਇਹ ਨਾ ਕਈ ਬੁੱਕਸ 'ਚ 4 ਹੈ, ਕਈਆਂ 'ਚ 5 ਹੈ, ਕਈਆਂ 'ਚ 8 ਦਿੱਤੇ ਹੋਏ ਆ, ਠੀਕ ਹੈ। ਅਗਰ ਤੇ ਤਿੰਨੋਂ ਆਪਸ਼ਨ ਆਉਂਦੀਆਂ ਤਾਂ 5 ਵਾਲਾ ਟਿਕ ਕਰਨਾ। ਜੇ ਪੁੱਛ ਲੈਣ ਸੈਕੰਡਰੀ ਲਾ ਕਿੰਨੇ ਆ, ਜੇ 5 ਦੀ ਆਪਸ਼ਨ ਹੈ ਤਾਂ ਫਿਰ 5 ਟਿਕ ਕਰਨਾ। ਅਗਰ 5 ਨਹੀਂ ਆ, 4 ਅਤੇ 8 ਦਿੱਤੇ ਆ ਵਿੱਚ, ਅਤੇ ਫਿਰ 8 ਨੂੰ ਟਿਕ ਕਰਨਾ, ਠੀਕ ਹੈ। ਅਗਰ 5 ਅਤੇ 8 ਵੀ ਨਹੀਂ ਆ, ਫਿਰ ਤੁਸੀਂ 4 ਨੂੰ ਟਿਕ ਕਰਨਾ,
ठीक है। अच्छा हुण देखो ये क्वेश्चन इस तरह ये ना ज़्यादा इंपॉर्टेंट है वाले प्राइमरी लाज है, इन्हां दे नाम ऐसा च याद कर लैणे। वो पुछदे हुंदे आ कि प्राइमरी जिहड़े थॉर्नडाइक दे प्राइमरी ला है ना उन्हां दी एग्जाम्पल दसो किहड़ी आ। जिद्दां मान लो आ तुहानूं दे दित्ता ला ऑफ इफैक्ट ते नाल 3 होर ऑप्शन दे देणगे ते पुछणगे दसो इहदे चों प्राइमरी ला थॉर्नडाइक दा लर्निंग दा किहड़ा ला आ। ते जे तुहानूं ना याद होणगे ला ऑफ इफैक्ट तुसीं फटाफट टिक कर दोगे। सो ला ऑफ रेडीनैस, ला ऑफ इफैक्ट, ला ऑफ एक्सरसाइज, इन्हां तिन्नां दे नाम याद करने जरूरी है। सेम इदां ही ਸਕੈਂਡਰੀ ਲਾਜ਼ ਦੇ ਵੀ ਜਿਹੜੇ ਨਾਂ ਆ ਯਾਦ ਕਰਨੇ ਪੇਪਰ 'ਚ ਪੁੱਛ ਸਕਦੇ ਆ। ਸਕੈਂਡਰੀ ਲਾ ਦੀ ਐਗਜ਼ਾਮਪਲ ਦੱਸੋ, ਸਕੈਂਡਰੀ ਲਾਜ਼ ਆਫ ਲਰਨਿੰਗ ਆਫ ਥੋਰਨਡਾਈਕ ਦਾ ਕਿਹੜੀ ਐਗਜ਼ਾਮਪਲ ਆ। ਨਾਂ ਯਾਦ ਕਰਨੇ ਜ਼ਿਆਦਾ ਜ਼ਰੂਰੀ ਆ। ਇਹਨਾਂ ਨੂੰ ਬੁੱਕ ਤੋਂ ਅੱਗੇ ਇਹਨਾਂ ਦੀ ਐਕਸਪਲੇਨੇਸ਼ਨ ਨੂੰ ਰੱਟੇ ਲਾਉਣ ਦੀ ਕੋਈ ਲੋੜ ਨਹੀਂ। ਮੈਂ ਫਿਰ ਕਹਿ ਰਹੀ ਜਸਟ ਨਾਂ ਸਿੰਪਲੀ ਯਾਦ ਕਰ ਲਓ। 1 ਨੰਬਰ ਦਾ ਕੁਐਸਚਨ ਇਹਦੇ 'ਚੋਂ ਪੱਕਾ ਹੀ ਤੁਹਾਨੂੰ ਆਉਣਾ। ਸੋ ਮਿਲਦੇ ਆ ਨੈਕਸਟ ਕੱਲ੍ਹ ਫਿਰ ਇੱਕ ਹੋਰ ਇੰਪੋਰਟੈਂਟ ਵੀਡੀਓ ਦੇ ਨਾਲ। ਬਾਏ।